ਦਾ ਪੰਜਾਬ ਟਾਕ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ। ਪ੍ਰੋਗਰਾਮ ਖਾਸ ਖਬਰ ਦੇ ਨਾਲ ਦੋਸਤੋ ਹਾਜ਼ਰ ਹਾਂ। ਦੋ ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕਰਾਂਗੇ ਉਹਨਾਂ ਵਿੱਚ ਪਹਿਲੀ ਹੈ ਕਿ ਯੂਕੇ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਉੱਤਮ ਦਰਜਾ ਮਿਲ ਗਿਆ ਹੈ, ਚੌਥਾ ਦਰਜਾ ਮਿਲ ਗਿਆ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਿ ਸਿੱਖ ਧਰਮ ਜਿਹੜਾ ਆ ਉਹ ਚੌਥਾ ਵੱਡਾ ਧਰਮ ਆ, ਇਸ ਦੇ ਜਿਹੜੀ ਮਾਨਤਾ ਆ ਉਹ ਮਿਲੀ ਹੈ। ਤਾਂ ਇਸ ਖਬਰ ਦੇ ਉੱਤੇ ਆਉਂਦੇ ਆ ਪਹਿਲੀ ਕਿ ਜਿਹੜੇ ਸਿੱਖਾਂ ਦੀ ਆਬਾਦੀ ਹੈ ਯੂਕੇ ਦੇ ਵਿੱਚ ਬਹੁਤ ਲੰਮੇ ਅਰਸੇ ਤੋਂ ਜਿਹੜਾ ਇੱਕ ਪ੍ਰਵਾਸ ਭਾਰਤ ਵਿੱਚੋਂ ਹੁੰਦਾ ਰਿਹਾ ਆ, ਪੰਜਾਬ ਦੇ ਵਿੱਚੋਂ ਹੁੰਦਾ ਰਿਹਾ ਸਿੱਖਾਂ ਦਾ, ਜਾਂ ਫਿਰ ਬਹੁਤ ਸਾਰੇ ਜਿਹੜੇ ਸਿੱਖ ਯੂਕੇ ਦੇ ਵਿੱਚ ਵਸੇ ਹੋਏ ਆ ਉਹ ਸਾਂਝੇ ਪੰਜਾਬ ਵੇਲੇ ਦੇ ਹੀ ਉੱਧਰ ਗਏ ਹੋਏ ਆ ਗਾਂ ਉਹਨਾਂ ਦੀਆਂ ਪੀੜ੍ਹੀਆਂ, ਔਰ ਉਹਨਾਂ ਨੇ ਇਸ ਮੁਲਕ ਦੇ ਵਿੱਚ ਇੱਕ ਨਾਮ ਇੱਕ ਮੁਕਾਮ ਬਣਾਇਆ ਆ। ਔਰ ਸਿੱਖ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਆਪਣੀ ਹੋਂਦ ਆਪਣੀ ਪਛਾਣ ਕਾਇਮ ਕਰਨ ਦੇ ਲਈ ਉਹ ਉਪਰਾਲੇ ਕਰਦੇ ਆ। ਤੇ ਇਹਨਾਂ ਉਪਰਾਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਵੀ ਹੁੰਦਾ ਹੈ ਕਿ ਉੱਥੇ ਇੱਕ ਗੁਰੂ ਘਰ ਸਥਾਪਿਤ ਕੀਤਾ ਜਾਵੇ। ਇੰਗਲੈਂਡ ਦੇ ਵਿੱਚ ਵੀ ਇੱਦਾਂ ਹੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਜਦੋਂ ਖਤਮ ਹੁੰਦਾ ਆ, ਹਾਲਾਂਕਿ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜਿਹੜੇ ਸੀਗੇ ਸਿੱਖਾਂ ਦੇ ਆਖਰੀ ਜਿਹੜਾ ਮਹਾਰਾਜਾ ਸੀਗਾ, ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸੀਗੇ, ਉਹ ਉੱਥੇ ਮਲਕਾ ਵਿਕਟੋਰੀਆ ਉਹਨਾਂ ਨੂੰ ਲੈ ਗਈ, ਇੱਕ ਤਰ੍ਹਾਂ ਜਲਾਵਤਨ ਕੀਤਾ ਗਿਆ ਸੀਗਾ। ਅਤੇ ਇਸ ਤਰੀਕੇ ਨਾਲ ਦਲੀਪ ਸਿੰਘ ਉਸ ਵੇਲੇ ਉੱਘੇ ਸਿੱਖਾਂ ਦੇ ਵਿੱਚੋਂ ਪ੍ਰੋਮੀਨੈਂਟ ਸਿੱਖਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਉਸ ਵੇਲੇ ਇੰਗਲੈਂਡ ਦੇ ਵਿੱਚ, ਹਾਲਾਂਕਿ ਉਹ ਤਾਂ ਚਲੋ ਜਬਰੀ ਬਣਾਏ ਗਏ ਸੀਗੇ ਕਿ ਸਿੱਖਾਂ ਦੀ ਆਮਦ ਸਿੱਖਾਂ ਦੀ ਪਛਾਣ ਯੂਕੇ ਦੇ ਵਿੱਚ ਉਸ ਵੇਲੇ ਤੋਂ ਹੁੰਦੀ ਆ ਰਹੀ ਹੈ। ਔਰ ਬ੍ਰਿਟਿਸ਼ ਭਾਰਤ ਦੇ ਸਮੇਂ ਵੀ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਇੱਧਰੋਂ ਉੱਧਰ ਗਏ। ਬਹੁਤ ਸਾਰੇ ਸਿੱਖ ਜਿਹੜੇ ਸੀਗੇ ਮਹਾਰਾਜਾ ਦਲੀਪ ਸਿੰਘ ਤੋਂ ਮਗਰੋਂ ਉੱਥੇ ਜਦੋਂ ਖਾਲਸਾ ਰਾਜ ਇੱਧਰ ਖਤਮ ਹੋ ਜਾਂਦਾ ਹੈ ਅਤੇ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਉੱਥੇ ਇਸ ਕਰਕੇ ਚਲੇ ਗਏ ਕਿ ਚੰਗੀ ਰੋਜ਼ੀ ਰੋਟੀ ਉੱਥੇ ਮਿਲਦੀ ਹੈ, ਚੰਗਾ ਪਾਉਣ ਪਾਣੀ ਹੈ ਇੱਥੋਂ ਦੇ ਮੁਕਾਬਲਤਨ, ਜਾਂ ਫਿਰ ਇਸ ਗੱਲ ਨੂੰ ਲੈ ਕੇ ਕਿ ਉੱਥੇ ਜਿਹੜਾ ਰੁਜ਼ਗਾਰ ਮਿਲ ਜਾਂਦਾ ਆ, ਉਜਰਤ ਜਿਹੜੀ ਆ ਉਹ ਚੰਗੀ ਮਿਲ ਜਾਂਦੀ ਹੈ। ਇਸ ਕਰਕੇ ਬਹੁਤ ਸਾਰਾ ਜਿਹੜਾ ਸਿੱਖ ਭਾਈਚਾਰਾ ਆ ਉਹ ਉਸ ਵੇਲੇ ਇੰਗਲੈਂਡ ਦੇ ਵਿੱਚ ਗਿਆ। ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਸਿੱਖ ਕਿਸੇ ਵੀ ਮੁਲਕ ਦੇ ਵਿੱਚ ਜਾਂਦਾ ਆ, ਉਹਦੇ ਜਿਹੜੇ ਕੰਮ ਕਾਜ ਹੁੰਦੇ ਆ ਉਹ ਹਰ ਤਰ੍ਹਾਂ ਦੀ ਮਿਹਨਤ ਦਾ ਜਿਹੜਾ ਕੰਮ ਕਰਨ ਤੋਂ ਭੱਜਦੇ ਨਹੀਂ। ਹਰ ਤਰ੍ਹਾਂ ਦੀ ਮਿਹਨਤ ਸਿੱਖ ਪਰਿਵਾਰਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਕੀਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਹੋਂਦ ਦੀ ਪਛਾਣ ਦੀ ਗੱਲ ਆਉਂਦੀ ਹੈ ਅਤੇ ਸਭ ਤੋਂ ਪਹਿਲਾਂ ਜਿਹੜਾ ਆ ਉੱਥੇ ਗੁਰੂ ਘਰ ਵੀ ਸਥਾਪਿਤ ਕੀਤਾ ਜਾਂਦਾ, ਔਰ ਸਿੱਖ ਦੀ ਖਾਲਸੇ ਦੀ ਜਿਹੜੀ ਨਿਸ਼ਾਨੀ ਹੈ ਉੱਥੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਹੈਗਾ। ਫਿਰ ਉੱਥੋਂ ਦੇ ਲੋਕਾਂ ਨੂੰ ਜਿਹੜੇ ਪੜ੍ਹੇ ਲਿਖੇ ਸਿੱਖ ਸੀਗੇ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਵੀ ਸਿੱਖੀ ਹੈ ਕੀ ਚੀਜ਼ ਆ, ਸਿੱਖ ਧਰਮ ਕੀ ਚੀਜ਼ ਆ, ਇਹਦਾ ਕਨਸੈਪਟ ਕੀ ਆ। ਇਹ ਸਾਰੀਆਂ ਚੀਜ਼ਾਂ ਜਦੋਂ ਉਹਨਾਂ ਨੂੰ ਸਮਝ ਆ ਗਈ, ਹੁਣ ਗੋਰਿਆਂ ਨੂੰ ਸਮਝ ਆ ਗਈ ਆ, ਚਾਹੇ ਕਿ 2 ਸਦੀਆਂ ਦਾ ਇੱਕ ਸਫ਼ਰ ਕਹਿ ਸਕਦੇ ਹਾਂ ਕਿ ਅਸੀਂ 18ਵੀਂ ਸਦੀ ਦੇ ਵਿੱਚ ਇੰਗਲੈਂਡ ਵਰਗੀਆਂ ਧਰਤੀਆਂ ਦੇ ਉੱਤੇ ਗਏ, 19ਵੀਂ ਆਈ, ਹੁਣ 20ਵੀਂ ਹੈ। ਤਾਂ ਇਸ ਯੁੱਗ ਦੇ ਵਿੱਚ ਆ ਕੇ ਘੱਟੋ ਘੱਟ ਗੋਰਿਆਂ ਨੂੰ ਅਹਿਸਾਸ ਤਾਂ ਹੋਇਆ ਕਿ ਸਿੱਖ ਕੋਈ ਕੌਮ ਹੈ, ਪੰਜਾਬੀ ਕੋਈ ਜ਼ੁਬਾਨ ਹੈ। ਅੱਜ ਬੜੀ ਖੁਸ਼ੀ ਹੁੰਦੀ ਹੈ ਦੋਸਤੋ ਜਦੋਂ ਦੁਨੀਆ ਦੇ ਉਹਨਾਂ ਮੁਲਕਾਂ ਦੇ ਵਿੱਚ ਜਿਨ੍ਹਾਂ ਨੂੰ ਗੋਰਿਆਂ ਦੀ ਧਰਤੀ ਕਿਹਾ ਜਾਂਦਾ, ਕੋਈ ਜਰਮਨਾਂ ਦੀ ਧਰਤੀ ਆ, ਕੋਈ ਆਸਟ੍ਰੇਲੀਅਨ ਲੋਕਾਂ ਦੀ ਧਰਤੀ ਆ, ਪੰਜਾਬੀ ਜਿੱਥੇ ਜਿੱਥੇ ਵੀ ਗਏ ਆ। ਕੈਨੇਡਾ ਇਸ ਗੱਲ ਦੇ ਵਿੱਚ ਸਭ ਤੋਂ ਨੰਬਰ 1 ਕਹਾਂਗੇ ਕਿ ਕੈਨੇਡਾ ਦੇ ਵਿੱਚ ਜਿਹੜੀ ਮਾਣ ਤਾਣ ਮਿਲਿਆ ਆ, ਪੰਜਾਬੀ ਦੀਆਂ ਦੁਕਾਨਾਂ ਇੱਥੇ ਨਜ਼ਰ ਆਉਂਦੀਆਂ, ਬੋਲੀ ਬਾਹਰ ਲਿਖੀ ਹੋਈ ਹੈ। ਪੰਜਾਬ ਦੇ ਵਿੱਚੋਂ ਗਏ ਜਿਹੜੇ ਬਹੁਤ ਸਾਰੇ ਸਿੱਖ ਭਾਈਚਾਰੇ ਦੀਆਂ ਉੱਥੇ ਆਪਣੀ ਫਾਰਮ ਹਾਊਸ ਬਣੇ ਹੋਏ ਆ, ਕਾਰੋਬਾਰ ਖੋਲ੍ਹੇ ਆ, ਟਰੱਕ ਚੱਲਦੇ ਪਏ ਆ, ਗਰੋਸਰੀ ਸਟੋਰ ਖੋਲ੍ਹੇ ਆ, ਕਾਫੀ ਕੁਛ ਇਹੋ ਜਿਹਾ ਜਿਹੜਾ ਉੱਥੇ ਕਾਰੋਬਾਰ ਦੇ ਵਿੱਚ ਪੰਜਾਬੀ ਆਪਣਾ ਜਾ ਕੇ ਲੱਗੇ ਹੋਏ ਆ। ਪੰਜਾਬੀ ਅਤੇ ਸਿੱਖੀ ਦੀ ਜਿਹੜੀ ਉਹਨਾਂ ਨੇ ਖਾਸ ਪਛਾਣ ਜਿਹੜੀ ਕਾਇਮ ਕਰਵਾਈ ਆ। ਦੂਸਰੀ ਗੱਲ ਆ ਕਿ ਜਿੱਥੇ ਰਵੀ ਸਿੰਘ ਖਾਲਸਾ ਵਰਗੇ ਉੱਘੇ ਪ੍ਰੋਮੀਨੈਂਟ ਸਿੱਖ ਦੀ ਗੱਲ ਆਉਂਦੀ ਹੈ, ਉਹਨਾਂ ਦੀ ਵਜ੍ਹਾ ਕਰਕੇ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਸੁਨੇਹਾ ਗਿਆ ਹੈ ਕਿ ਸਿੱਖ ਧਰਮ ਕਿਤੇ ਵੀ ਭੀੜ ਪਈ ਹੋਵੇ ਉੱਥੇ ਜਾ ਕੇ ਮਦਦ ਦੇ ਲਈ ਦੌੜਦਾ ਆ, ਉੱਥੇ ਜਾ ਕੇ ਹਮੇਸ਼ਾ ਮਦਦ ਲਈ ਤਤਪਰ ਰਹਿੰਦਾ, ਚਾਹੇ ਲੰਗਰ ਲਗਾ ਕੇ ਆਵੇ, ਚਾਹੇ ਕੋਈ ਹੋਰ ਜਿਹੜੀ ਸਹਾਇਤਾ ਆ ਉਹ ਦੇਵੇ। ਜਿਵੇਂ ਕਿ ਹੁਣ ਪਾਕਿਸਤਾਨ 'ਚ ਪਿੱਛੇ ਜਿਹੇ ਹੜ੍ਹ ਆਏ ਸੀਗੇ ਅਤੇ ਉੱਥੇ ਵੀ ਰਵੀ ਸਿੰਘ ਹੋਰਾਂ ਦੀਆਂ ਜਿਹੜੀਆਂ
ਏਡ ਟੀਮਾਂ ਆ ਉੱਥੇ ਪਹੁੰਚੀਆਂ ਮਦਦ ਦੇ ਲਈ। ਔਰ ਜਿੱਥੇ ਜਿੱਥੇ ਕੁਦਰਤੀ ਆਫਤਾਂ ਆਈਆਂ, ਜਿੱਥੇ ਜਿੱਥੇ ਜੰਗ ਲੱਗੀ ਆ, ਜਿੱਥੇ ਲੋਕਾਂ ਨੂੰ ਲੋੜ ਪਈ ਆ, ਉੱਥੇ ਸਿੱਖ ਪੁੱਜਿਆ। ਔਰ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ ਕਿ ਇਹ ਗੁਣ ਜਿਹੜਾ ਸੀ ਸਿੱਖੀ ਨੂੰ, ਇਹ ਗੁੜਤੀ ਵਿੱਚ ਗੁਰੂ ਬਾਬੇ ਵੱਲੋਂ ਅਜਿਹਾ ਮਿਲਿਆ ਕਿ ਜਿਸ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਇੱਕ ਵਧੀਆ ਮੁਕਾਮ ਜਿਹੜਾ ਆ ਉਹ ਬਣਾਇਆ। ਤਾਂ ਪੰਜਾਬੀ ਦੀ ਗੱਲ ਕੀਤੀ ਜਾਵੇ, ਮਾਂ ਬੋਲੀ ਦੀ, ਦੂਸਰੀ ਗੱਲ ਕਿ ਮਾਂ ਬੋਲੀ ਪੰਜਾਬੀ ਜਿਹੜੀ ਹੈ, ਬੇਸ਼ੱਕ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ, ਉਹਨਾਂ ਦਾ ਇੱਕ ਖਾਸ ਲਬੋ ਲਹਿਜਾ ਜਿਹੜਾ ਆਪਣੀ ਮਾਂ ਬੋਲੀ ਦੇ ਪ੍ਰਤੀ ਹੈ। ਜਦੋਂ ਉਹਦੇ ਵਿੱਚ ਗੱਲ ਕਰਦੇ ਆ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਇਹ ਆਪਣੀ ਜਿਹੜੀ ਇਹਨਾਂ ਦੀ ਜ਼ੁਬਾਨ ਹੈ, ਉਸ ਦੇ ਲਈ ਜਿਹੜਾ ਆ ਉਹ ਭਾਵੇਂ ਸਾਰਾ ਕੁਝ ਦੁਨੀਆ ਦਾ ਛੱਡ ਦੇਣ, ਪਰ ਪੰਜਾਬੀ ਆਪਣੀ ਜ਼ੁਬਾਨ ਨਹੀਂ ਛੱਡਦੇ। ਅਣਖੀ ਪੰਜਾਬੀ ਨਹੀਂ ਛੱਡਦੇ, ਜਿਨ੍ਹਾਂ ਨੂੰ ਮਾਂ ਬੋਲੀ ਨਾਲ ਪਿਆਰ ਹੈ ਉਹ ਆਪਣੀ ਜ਼ੁਬਾਨ ਨਹੀਂ ਛੱਡਦੇ। ਤਾਂ ਹੁਣ ਜੋ ਪੰਜਾਬੀ ਜਿਹੜੇ ਆ ਯੂਕੇ ਵਿੱਚ ਚੌਥੀ ਭਾਸ਼ਾ ਆ, ਜਦੋਂ ਕਿ ਸਿੱਖ ਚੌਥਾ ਸਭ ਤੋਂ ਵੱਡਾ ਧਾਰਮਿਕ ਭਾਈਚਾਰਾ ਹੈ। 2011 ਦੀ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ। 2011 ਦੀ ਮਰਦਮਸ਼ੁਮਾਰੀ ਵਿੱਚ ਅੰਗਰੇਜ਼ੀ ਅਤੇ ਪੋਲਿਸ਼ ਤੋਂ ਬਾਅਦ ਪੰਜਾਬੀ ਜਿਹੜੀ ਹੈ ਤੀਜੇ ਸਥਾਨ ਤੇ ਸੀ, ਪਰ ਰੋਮਾਨੀਅਨ ਦੁਆਰਾ ਇਸ ਸਥਿਤੀ ਨੂੰ ਬਦਲ ਦਿੱਤਾ ਗਿਆ ਆ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਜਿਸ ਦਾ ਡੇਟਾ ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ ਦੁਆਰਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਆ, ਦੇ ਮੁਤਾਬਕ ਅੰਗਰੇਜ਼ੀ ਜਾਂ ਵੈਲਜ਼ ਤੋਂ ਇਲਾਵਾ ਸਭ ਤੋਂ ਆਮ ਮੁੱਖ ਭਾਸ਼ਾਵਾਂ ਜਿਹੜੀ ਪੋਲਿਸ਼ ਹੈ, ਪੋਲਿਸ਼ ਦੀ ਗੱਲ ਕੀਤੀ ਜਾਵੇ ਤਾਂ 1.1% ਹੈ, ਅਤੇ ਰੋਮਾਨੀਅਨ ਜਿਹੜੇ ਨੇ 0.8% ਹੈ। ਤਾਂ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਹੈ ਉਹ 0.5% ਹੈ ਅਤੇ ਉਰਦੂ 0.5% ਹੈ। ਯਾਨੀ ਕਿ ਜਿਹੜੇ ਪੰਜਾਬੀ ਹੈ ਉਹਨਾਂ ਦੀ ਜਿਹੜੀ ਤਾਦਾਦ ਹੈ ਉਹ ਹੈਗੀ 29,100 ਆ, ਉਰਦੂ ਵਾਲਿਆਂ ਦੀ ਹੈਗੀ ਆ 27,000। ਤਾਂ ਹੁਣ ਪੰਜਾਬੀ ਜਿਹੜੇ ਆ ਉਹ 2.91 ਲੱਖ ਨੇ, ਉਰਦੂ ਬੋਲਣ ਵਾਲੇ ਜਿਹੜੇ ਨੇ ਉਹ 2.70 ਲੱਖ ਹੈ, ਅਤੇ ਬੰਗਾਲੀ ਜਿਹੜੇ ਆ 1.99 ਲੱਖ ਆ, ਗੁਜਰਾਤੀ 1.99 ਲੱਖ ਆ। ਇਹ ਅੰਕੜੇ ਜਿਹੜੇ ਨੇ ਉਹ ਸਾਹਮਣੇ ਆਏ ਆ। ਜਨਗਣਨਾ ਦੇ ਅੰਕੜੇ 'ਤੇ ਨਜ਼ਰ ਮਾਰੀਏ ਤਾਂ ਇਹ ਵੀ ਪਤਾ ਲੱਗਦਾ ਆ ਕਿ ਚੋਟੀ ਦੀਆਂ 10 ਬੋਲੀਆਂ ਦੇ ਵਿੱਚ, ਯਾਨੀ ਭਾਸ਼ਾਵਾਂ ਦੇ ਵਿੱਚ, ਉਰਦੂ, ਬੰਗਾਲੀ ਅਤੇ ਗੁਜਰਾਤੀ ਦੱਖਣੀ ਏਸ਼ੀਆ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਨੇ ਅਤੇ ਹਿੰਦੀ ਉਹਨਾਂ ਵਿੱਚ ਸ਼ਾਮਲ ਨਹੀਂ ਹੈ। ਇਹ ਵੀ ਹੈਰਾਨੀ ਦੀ ਗੱਲ ਹੈ। ਇਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਨੂੰ ਛੱਡ ਕੇ ਪੰਜਾਬੀ ਅਤੇ ਉਰਦੂ ਤੀਜੀ ਅਤੇ ਚੌਥੀ ਸਭ ਤੋਂ ਆਮ ਭਾਸ਼ਾਵਾਂ ਦੋਵੇਂ ਦੱਖਣੀ ਏਸ਼ੀਆ ਤੋਂ ਉਪਜੀਆਂ ਨੇ। ਇਹ ਦੋਵੇਂ ਭਾਰਤ ਅਤੇ ਪਾਕਿਸਤਾਨ ਦੇ ਨਾਲ ਦੱਖਣੀ ਏਸ਼ੀਆ ਵਿੱਚ ਹੋਰ ਕਿਤੇ ਵੀ ਵਿਆਪਕ ਤੌਰ 'ਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੇ। ਇੰਗਲੈਂਡ ਵਿੱਚ ਮੁੱਖ ਭਾਸ਼ਾ ਵਜੋਂ ਪੰਜਾਬੀ ਬੋਲਣ ਵਾਲੇ ਲੋਕਾਂ ਦਾ ਸਭ ਤੋਂ ਵੱਧ ਜਿਹੜੀ ਪ੍ਰਤੀਸ਼ਤਤਾ ਆ ਉਹ 1.4%, ਯਾਨੀ ਕਿ 83,000 ਵੈਸਟ ਮਿਡਲੈਂਡਸ ਦੇ ਵਿੱਚ ਸੀਗੀ। ਇਸ ਵਿੱਚ ਜੋੜਿਆ ਗਿਆ ਕਿ ਵੁਲਰ ਹੈਂਪਟਨ ਸਥਾਨਕ ਅਥਾਰਟੀ ਸੀ, ਜਿਸ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਬੋਲਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਪ੍ਰਤੀਸ਼ਤਤਾ ਜਿਹੜੀ ਸੀਗੀ 6.5%, ਯਾਨੀ ਕਿ 17,000 ਸੀ। ਆਪਣੇ ਧਰਮ ਨੂੰ ਸਿੱਖ ਧਰਮ ਦੱਸਣ ਵਾਲਿਆਂ ਦੀ ਗਿਣਤੀ 2011 ਦੇ ਵਿੱਚ 4.23 ਲੱਖ ਤੋਂ ਵੱਧ ਕੇ ਇਸ ਜਨਗਣਨਾ ਵਿੱਚ 5.24 ਲੱਖ ਹੋ ਗਈ ਹੈ। ਪਿਛਲੇ ਦਹਾਕੇ ਵਿੱਚ ਹਿੰਦੂਆਂ ਦੀ ਗਿਣਤੀ 8.18 ਲੱਖ ਤੋਂ ਵੱਧ ਕੇ 10 ਲੱਖ ਹੋ ਗਈ ਹੈ, ਜਦੋਂ ਕਿ ਮੁਸਲਮਾਨਾਂ ਦੀ ਗਿਣਤੀ 27 ਲੱਖ ਤੋਂ ਵੱਧ ਕੇ 39 ਲੱਖ ਹੋ ਗਈ ਹੈ। ਇਸ ਨੇ ਇਹ ਵੀ ਦੱਸਿਆ ਹੈ ਕਿ ਸਮੁੱਚੇ ਤੌਰ 'ਤੇ ਸਭ ਤੋਂ ਵੱਧ ਪ੍ਰਤੀਸ਼ਤਤਾ ਵਾਲੇ ਖੇਤਰ ਅਤੇ ਸਿੱਖ ਵਜੋਂ ਆਪਣੇ ਧਰਮ ਦਾ ਵਰਣਨ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ ਵਾਲੇ ਖੇਤਰ ਵੁਲਰਹੈਂਪਟਨ 12.0% ਅਤੇ 9.1% ਤੋਂ ਵੱਧ, ਅਤੇ ਸੈਂਡਵਿਲ ਵਿੱਚ 11.5% ਅਤੇ ਜੋ ਆ 8.7% ਤੋਂ ਵੱਧ ਸਨ। ਤਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇਹ ਇੱਕ ਅਜਿਹੀ ਪਛਾਣ ਹੈ ਕਿ ਪੰਜਾਬੀਆਂ ਨੇ ਆਪਣੀ ਜਿਹੜੀ ਧਾਕ ਆ ਹਰ ਜਗ੍ਹਾ ਜਮਾਈ ਹੈ, ਹਰ ਜਗ੍ਹਾ ਜਾ ਕੇ ਉਹਨਾਂ ਨੇ ਇੱਕ ਮੁਕਾਮ ਬਣਾਇਆ ਆ। ਪੰਜਾਬ ਹਮੇਸ਼ਾ ਅਟੱਲ ਹੋ ਕੇ ਖੜਾ ਆ, ਹਮੇਸ਼ਾ ਮਜ਼ਬੂਤੀ ਨਾਲ ਖੜੇ ਆ। ਇਹ ਠੀਕ ਹੈ ਕਿ ਸਮੇਂ ਦੇ ਬੀਤਦਿਆਂ ਪਹਿਲਾਂ ਵਾਲੇ ਪੰਜਾਬੀਆਂ ਵਿੱਚ ਅਤੇ ਹੁਣ ਵਾਲਿਆਂ 'ਚ ਸਿਰਫ ਫਰਕ ਇਸ ਗੱਲ ਦਾ ਆਇਆ ਹੈ
कि हुण नवीं पीढ़ियां जिहड़ियां चाहे वो अमरीका आ, कनेडा आ, इंग्लैंड आ, आस्ट्रेलिया, जर्मन, जिथे भी वो जाते आ, ਕਹਿੰਦੇ ਨੇ ਬੰਦਾ ਆਪਦੀਆਂ ਮਾੜੀਆਂ ਆਦਤਾਂ ਨਾਲ ਲੈ ਕੇ ਜਾਂਦਾ ਹੈਗਾ। ਬਹੁਤ ਸਾਰੇ ਜਿਹੜੇ ਫੁਕਰੇਪਣ ਕਰਨ ਵਾਲੇ ਪੰਜਾਬੀ ਆ, ਉਹਨਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਂ ਰੋਲ ਕੇ ਰੱਖ ਦਿੱਤਾ। ਬੜਾ ਅਫਸੋਸ ਹੁੰਦਾ ਆ। ਵੈਸੇ ਤਾਂ ਇੱਕ ਕਹਾਵਤ ਕਹੀ ਜਾਂਦੀ ਆ ਵੀ ਜਿਹੜੇ ਲਾਹੌਰ ਮਾੜੇ ਤੇ ਉਹ ਪਿਸ਼ੌਰ ਵੀ ਮਾੜੇ ਆ। दूसरी गल खानदानां दे उत्ते आउंदी हुंदी आ कि तुसीं किस खानदान दे नाल संबंधित हो। बजुर्गां ने एवें नहीं सी ये गल्लां कीतीआं, इन्हां दे मगर बहुत वड्डा लॉजिक हुंदा सीगा। तां खानदानां दी गल दे विच इह वी आउंदी आ कि बहुत सारे लोग अजिहे आ जिस तरीकिਆਂ ਦੇ ਨਾਲ ਉਹ ਬਾਹਰ ਪਹੁੰਚੇ ਆ, फिर एक गल असीं आम तौर दे उत्ते साडे समाज विच कहने आ बई खानदान इस गल्लों भी पछाणिया जांदा आ कि ਜਿਹੜਾ ਬੰਦਾ ਵਿਰਸੇ ਵਿੱਚ ਅਮੀਰ ਹੁੰਦਾ ਆ, ਗੁਣਾ ਪੱਖੋਂ ਅਮੀਰ ਹੁੰਦਾ ਆ, ਉਹ ਦਿਖਾਵੇਬਾਜ਼ੀਆਂ ਨਹੀਂ ਕਰਦਾ ਗਾ। ਜਿਹੜੇ ਨਵੇਂ ਅਮੀਰ ਹੋਏ ਹੁੰਦੇ ਆ, ਜਿਨ੍ਹਾਂ ਨੇ ਨਵੀਆਂ ਚੀਜ਼ਾਂ ਦੇਖੀਆਂ ਹੁੰਦੀਆਂ, ਨਵਾਂਪਣ ਸਾਰਾ ਕੁਝ ਦੇਖਿਆ ਹੁੰਦਾ, ਉਹ ਫਿਰ ਆਪਣੀ ਇਸ ਜਿਹੜੀ ਆਜ਼ਾਦੀ ਜਿਹੜੀ ਉਹਨਾਂ ਮੁਲਕਾਂ 'ਚ ਜਾ ਕੇ ਉਹਨਾਂ ਨੂੰ ਮਿਲਦੀ ਆ, ਫਿਰ ਉਹਦੇ ਵਿੱਚ ਉਹ ਕਹਿੰਦੇ ਨਾ ਕਿ ਭਾਂਡਾ ਛੋਟਾ ਸੀਗਾ ਤੇ ਸਮਾਇਆ ਹੀ ਨਹੀਂ ਗਿਆ ਗਾ। ਇਹੋ ਜਿਹੀਆਂ ਸਾਡੇ ਇੱਥੇ ਜਿਹੜੀਆਂ ਨਾ ਉਹ ਤੰਜਬਾਜ਼ੀਆਂ ਕੀਤੀਆਂ ਜਾਂਦੀਆਂ, ਅਸੀਂ ਬੋਲਦੇ ਹਾਂ ਇਹੋ ਜਿਹੀਆਂ ਕਹਾਵਤਾਂ, ਤੇ ਫਿਰ ਇਹੀ ਹੁੰਦਾ। ਫਿਰ ਉਹ ਸਿੱਟਾ ਕੀ ਨਿਕਲਦਾ ਆ, ਇੱਥੋਂ ਜਾ ਕੇ ਵੀ ਬਹੁਤੇ ਲੋਕ ਜਿਹੜੇ ਆ ਉਹ ਫੁਕਰੇਬਾਜ਼ੀ ਕਰਕੇ ਲੜਾਈਆਂ ਕਰਨ ਵਾਲੇ, ਖਾਸ ਤੌਰ 'ਤੇ ਜਿਹੜੇ ਨਵਾਂ ਪੋਜ ਉੱਧਰ ਗਿਆ ਹੋਇਆ, ਜਿਨ੍ਹਾਂ ਨੂੰ ਆਮ ਸਾਡੇ ਬਜ਼ੁਰਗ ਕਹਿੰਦੇ ਵੀ ਜਿਹੜੀ ਨਵੀਂ ਮੰਡੀਰ ਆ, ਇਹਨਾਂ ਨੇ ਬਹੁਤ ਭੜਥੂ ਪਾਇਆ ਹੋਇਆ। ਇਸ ਕਰਕੇ ਇਹਨਾਂ ਪੰਜਾਬੀਆਂ ਨੂੰ, ਚਾਹੇ ਉਹ ਕਿਸੇ ਵੀ ਮੁਲਕ ਦੇ ਵਿੱਚ ਸਾਡਾ ਪ੍ਰੋਗਰਾਮ ਦੇਖਦੇ ਹੋਣ, ਜ਼ਰੂਰ ਇਹਨਾਂ ਚੀਜ਼ਾਂ ਤੋਂ ਬਚਣਾ ਪਊਗਾ, ਇਹਨਾਂ ਚੀਜ਼ਾਂ ਤੋਂ ਪਿੱਛੇ ਹਟਣਾ ਪਊਗਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੋਸਤੋ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਤੱਕ ਦੇਖ ਲਿਆ ਕਰੋ। ਫਿਰ ਉਸ ਤੋਂ ਬਾਅਦ ਸਾਡੇ ਸੂਰਮੇ, ਸਾਡੇ ਦੇਸ਼ ਭਗਤਾਂ ਨੂੰ ਜਿਹੜਾ ਆ ਉਹਨਾਂ ਨੂੰ ਇੱਕ ਵਾਰੀ ਵਾਚ ਕਰ ਲਿਆ ਕਰੋ ਕਿ ਅਸੀਂ ਕਿੱਥੋਂ ਤੱਕ ਪਹੁੰਚੇ ਔਰ ਕਿੱਥੋਂ ਤੱਕ ਧਾਕ ਜਮਾਈ। ਮਹਾਰਾਜਾ ਰਣਜੀਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਏ ਨੂੰ ਯਾਦ ਕਰ ਲਿਆ ਕਰੋ। ਜੋਸ਼ ਨਾਲ ਹੀ ਰਗਾਂ ਫੜਕਣ ਲੱਗ ਪੈਂਦੀਆਂ, ਪਰ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਹੋ, ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਹੋ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਪਿੱਛੇ ਹਟਣਾ ਪਊਗਾ। ਔਰ ਇੱਕ ਵੱਡੀ ਗੱਲ ਆ ਕਿ ਪੰਜਾਬੀ ਜਿਹੜੇ ਨੇ ਉਹ ਇਸ ਮਾਮਲੇ ਵਿੱਚ UK ਵਰਗੇ ਮੁਲਕ ਵਿੱਚ ਆਪਣੀ ਜਿਹੜੀ ਵੱਡੀ ਪਛਾਣ ਜਿਹੜੀ ਆ ਬਣਾ ਲਈ ਆ, ਸਿੱਖੀ ਦੀ ਜਿਹੜੀ ਵੱਡੀ ਪਛਾਣ ਬਣੀ ਆ, ਉਸ ਲਈ ਮੁਬਾਰਕਬਾਦ ਦੇ ਹੱਕਦਾਰ ਨੇ। ਹੁਣ ਗੱਲ ਆਉਂਦੀ ਹੈ ਦੋਸਤੋ ਭ੍ਰਿਸ਼ਟਾਚਾਰੀ ਦੀ। ਭ੍ਰਿਸ਼ਟਾਚਾਰੀ ਦੇ ਵਿੱਚ ਭਾਰਤ ਦਾ ਕਿੰਨਵਾਂ ਨੰਬਰ ਹੈ। ਹੈਰਾਨੀ ਆਉਂਦੀ ਨਾ। ਵੈਸੇ ਤਾਂ ਹਰ ਰੋਜ਼ ਅਸੀਂ ਅਖਬਾਰ ਪੜ੍ਹਦੇ ਹਾਂ, ਜਦੋਂ ਵੀ ਪੜ੍ਹਦੇ ਹਾਂ ਤਾਂ ਪੰਨੇ ਪਰਤਦੇ ਹਾਂ, ਕੋਈ ਪੰਨਾ ਖਾਲੀ ਨਹੀਂ ਹੁੰਦਾ, ਕੋਈ ਦਿਨ ਖਾਲੀ ਨਹੀਂ ਹੁੰਦਾ ਗਾ ਜਿੱਥੇ ਕੋਈ ਨਾ ਕੋਈ ਭ੍ਰਿਸ਼ਟਾਚਾਰ ਦੀ ਖਬਰ ਨਾ ਆਈ ਹੋਵੇ। ਚਾਹੇ ਪੰਜਾਬ ਦੀ ਗੱਲ ਲੈ ਲਓ, ਚਾਹੇ ਤੁਸੀਂ ਦੇਸ਼ ਦੇ ਕਿਸੇ ਵੀ ਸੂਬੇ ਦੀ ਗੱਲ ਲੈ ਲਓ, ਕਿਸੇ ਵੀ ਮਹਿਕਮੇ ਦੀ ਗੱਲ ਲੈ ਲਓ, ਕਿਸੇ ਲੀਡਰ ਦੀ ਗੱਲ ਲੈ ਲਓ, ਕਿਸੇ ਅਦਾਰੇ ਦੀ ਗੱਲ ਲੈ ਲਓ, ਕਿਸੇ ਵੀ ਜਗ੍ਹਾ ਦੇ ਉੱਤੇ ਯਾਨੀ ਕਿ ਭ੍ਰਿਸ਼ਟਾਚਾਰ ਤੋਂ ਨਿਰਲੇਪ ਲੋਕ ਹੁਣ ਰਹੇ ਨਹੀਂ। ਤੁਸੀਂ ਕੋਈ ਕੰਮ ਕਰਾਉਣਾ ਹੋਵੇ ਨਾ, ਬੜਾ ਹੀ ਔਖਾ ਹੁੰਦਾ। ਤੁਸੀਂ ਕਿਤੇ ਕੰਮ ਕਰਾਉਣ ਜਾਂਦੇ ਹੋ, ਅੱਗੇ ਜਾਂਦਿਆਂ ਜਿੰਨਾ ਚਿਰ ਅਸੀਂ ਇਹ ਦੇਖਦੇ ਰਹੇ ਹਾਂ ਪਿਛਲੇ ਜਿਹੜਾ 30-35 ਸਾਲਾਂ ਤੋਂ ਜਿਹੜਾ ਇਹ ਗੰਦਾ ਕਲਚਰ ਚੱਲ ਪਿਆ ਵੀ ਜੇ ਕੋਈ ਕੰਮ ਰੋਕਿਆ ਪਿਆ ਤਾਂ ਉਹ ਕਹਿੰਦੇ ਜਿੰਨਾ ਚਿਰ ਰੇੜੂ ਨਾ ਲੱਗੇ ਹੁਣ ਰਿਸ਼ਵਤ ਦੇ, ਉਹਨਾਂ ਚਿਰ ਤਾਂ ਫਾਈਲਾਂ ਅੱਗੇ ਜਾਂਦੀਆਂ ਹੀ ਨਹੀਂ ਆ। ਤੇ ਜੇ ਅੱਗੇ ਜਾਂਦੀਆਂ ਆ ਤੇ ਫਿਰ ਭਾਵੇਂ ਆ ਮੇਜ਼ ਆ ਮੇਰੇ ਕੋਲ, ਮੈਂ ਕਹਿੰਦਾ ਵੀ ਥੱਲੋਂ ਦੀ ਕਰਕੇ ਪੈਸੇ ਫੜਾ ਕੇ ਜੇ ਕੰਮ ਨਿਕਲਦੇ ਹੋਣ ਤਾਂ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਆਸਾਨੀ ਲੱਗੀ ਹੋਵੇ। ਕਈਆਂ ਨੇ ਗਜ਼ਾਲੇ ਹੁਣ ਲੋਕ, ਫਿਰ ਉਹ ਪੱਕਾ ਭ੍ਰਿਸ਼ਟਾਚਾਰੀ ਬਣ ਗਏ ਆ। ਔਰ ਸਿਆਣੇ ਇੱਕ ਗੱਲ ਹੋਰ ਵੀ ਕਹਿੰਦੇ ਹੁੰਦੇ ਆ ਕਿ ਮਿਹਨਤ ਦੀ ਕਮਾਈ, ਠੀਕ ਆ, ਕਈਆਂ ਨੂੰ ਤਾਂ ਇੰਨੀ ਕੁ ਜ਼ਿਆਦਾ ਹੋ ਜਾਂਦੀ ਹੈ ਕਿ ਚਲੋ ਬਹੁਤ ਵਧੀਆ, ਉਹ ਸੱਚੀ ਮਿਹਨਤ ਕੀਤੀ ਹੈ ਵੀ ਉਹਨਾਂ ਨੇ ਆਪਦੇ ਘਰ-ਬਾਰ, ਜ਼ਮੀਨਾਂ, ਜਾਇਦਾਦਾਂ, ਕਾਰੋਬਾਰ ਬਣਾ ਲਏ। ਕਈਆਂ ਨੇ ਜਿਹੜੇ ਆਮ ਮੱਧਮ ਵਰਗੀ ਲੋਕ ਜਾਂ ਗਰੀਬ ਲੋਕ ਆ, ਉਹ ਹੈਰਾਨ ਵੀ ਹੁੰਦੇ ਆ ਵੀ ਇਹ ਬੰਦਾ, ਕਈ ਵਾਰੀ ਕੁਛ ਲੋਕ ਦੇਖਿਆ ਨਹੀਂ ਤੁਸੀਂ ਤੁਹਾਡੇ ਆਲੇ ਦੁਆਲੇ, ਦਿਨਾਂ ਦੇ ਵਿੱਚ ਹੀ ਇੰਨੇ ਅਮੀਰ ਹੋ ਜਾਂਦੇ ਆ, ਤੁਸੀਂ ਹੈਰਾਨ ਰਹਿ ਜਾਂਦੇ ਆ। ਕੁਛ ਤਾਂ ਉਹ ਹੁੰਦੇ ਆ ਕਿ ਜਿਨ੍ਹਾਂ ਨੇ ਕੋਈ ਕਾਰੋਬਾਰ ਖੋਲ੍ਹਿਆ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਚੱਲ ਪਿਆ, ਹੈ ਨਾ, ਇੱਕ ਤਾਂ ਉਹ ਅਮੀਰੀ ਆ ਗਈ। ਇੱਕ ਉਹ ਲੋਕ ਹੁੰਦੇ ਆ ਕਿ ਜਿਨ੍ਹਾਂ ਦੇ ਕਾਰੋਬਾਰ ਕੰਮਕਾਰ ਦਾ ਪਤਾ ਹੁੰਦਿਆਂ ਵੀ ਲੋਕਾਂ ਨੂੰ ਇਹ ਅਚੰਭਾ ਲੱਗ ਜਾਂਦਾ ਵੀ ਦਿਨਾਂ ਦੇ ਵਿੱਚ ਇੰਨੀਆਂ ਕੋਠੀਆਂ, ਕਾਰਾਂ ਦਾ, ਜ਼ਮੀਨਾਂ, ਜਾਇਦਾਦਾਂ ਦਾ, ਕਾਰੋਬਾਰਾਂ ਦਾ ਮਾਲਕ ਕਿਵੇਂ ਬਣ ਗਿਆ। ਇਹ ਉਹ ਲੋਕ ਹੁੰਦੇ ਆ ਜਿਹੜੇ ਕਾਲੇ ਕਾਰਨਾਮਿਆਂ ਕਰਕੇ ਬਣੇ ਹੁੰਦੇ ਆ। ਸਾਡੇ ਸਮਾਜ ਵਿੱਚ ਸਾਡੇ ਆਲੇ ਦੁਆਲੇ ਰਹਿੰਦੇ ਹੁੰਦੇ ਆ, ਸਾਨੂੰ ਪਤਾ ਵੀ ਹੁੰਦਾ ਆ। ਲੋਕ ਬੋਲਦੇ ਆ, ਕਹਿੰਦੇ ਆ, ਚੁੱਪ ਕਰ ਜਾਂਦੇ ਆ, ਆਪਸ ਵਿੱਚ ਚੁੰਝ ਚਰਚਾ ਕਰਦੇ ਆ।
ਇਹੋ ਜਿਹੇ ਲੋਕਾਂ ਦੀ ਵਜ੍ਹਾ ਕਰਕੇ ਜਿਹੜੀ ਭ੍ਰਿਸ਼ਟਾਚਾਰੀ ਹੈ ਉਹ ਪੂਰੇ ਦੇਸ਼ ਦੇ ਵਿੱਚ ਕੈਂਸਰ ਵਾਂਗੂ ਫੈਲੀ ਹੋਈ ਹੈ ਔਰ ਇਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਤਾਂ ਹੁਣ ਇੱਥੇ ਇੱਕ ਜਰਮਨੀ ਦੀ ਗੈਰ ਸਰਕਾਰੀ ਸੰਸਥਾ ਜਿਹੜੀ ਆ ਟਰਾਂਸਪੇਰੈਂਸੀ ਇੰਟਰਨੈਸ਼ਨਲ ਭ੍ਰਿਸ਼ਟਾਚਾਰ ਨੂੰ ਪਰਿਭਾਸ਼ਿਤ ਨਿੱਜੀ ਲਾਭ ਲਈ ਜਿਹੜੀ ਆ ਸੌਂਪੀ ਸ਼ਕਤੀ ਦੀ ਦੁਰਵਰਤੋਂ ਵਜੋਂ ਕਰਦਾ ਹੈ। ਕਿਸੇ ਵੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਵਾਧਾ ਉਸ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਆ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2021 ਦੀ ਰਿਪੋਰਟ ਦੇ ਜਿਹੜੇ ਹਵਾਲੇ ਨਾਲ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਰਿਪੋਰਟ 'ਚ ਦੁਨੀਆ ਦੇ 5 ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਦੱਖਣੀ ਸੁਡਾਨ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਅਸੀਂ ਆਪਣੇ ਮੁਲਕ ਤੋਂ ਇਲਾਵਾ ਬਾਕੀ ਦੁਨੀਆ ਦੇ ਵੀ ਦੇਖਦੇ ਨੇ ਵੀ ਦੁਨੀਆ ਦੇ ਵਿੱਚ ਸਭ ਤੋਂ ਭ੍ਰਿਸ਼ਟ ਜਿਹੜਾ ਹੈ ਕੌਣ ਹੈ। ਇਸ ਦੇਸ਼ ਨੂੰ ਆਜ਼ਾਦ ਹੋਇਆਂ ਇੱਕ ਦਹਾਕਾ ਹੋਇਆ ਪਰ ਇੱਥੇ ਸਥਿਤੀ ਲਗਾਤਾਰ ਜਿਹੜੀ ਆ ਵਿਗੜਦੀ ਜਾ ਰਹੀ ਹੈ। ਦੇਸ਼ ਪੱਧਰ ਤੇ ਗਰੀਬੀ ਕਾਰਨ ਜਿਹੜਾ ਆ ਉੱਥੇ ਭ੍ਰਿਸ਼ਟਾਚਾਰ ਵਧਣ ਲੱਗ ਗਿਆ। ਇੰਟਰਨੈਸ਼ਨਲ ਨੇ ਆਪਣੀ ਰਿਪੋਰਟ ਵਿੱਚ ਖਾੜੀ ਦੇਸ਼ ਸੀਰੀਆ ਨੂੰ ਦੂਜਾ ਸਭ ਤੋਂ ਭ੍ਰਿਸ਼ਟ ਦੇਸ਼ ਜਿਹੜਾ ਆ ਉਹ ਐਲਾਨਿਆ। ਸੀਰੀਆ ਘਰੇਲੂ ਯੁੱਧ ਵਿੱਚ ਦੀ ਲਪੇਟ ਵਿੱਚ ਆ। ਇਸ ਕਾਰਨ ਲੋਕਾਂ ਨੂੰ ਇੱਥੋਂ ਵੱਡੀ ਗਿਣਤੀ ਵਿੱਚ ਪਲਾਇਨ ਕਰਨਾ ਪਿਆ। ਹੈਰਨ ਆਫ ਅਫਰੀਕਾ 'ਚ ਸਥਿਤ ਸੋਮਾਲੀਆ ਦੁਨੀਆ ਦਾ ਤੀਜਾ ਸਭ ਤੋਂ ਭ੍ਰਿਸ਼ਟ ਦੇਸ਼ ਹੈ ਤੇ ਅਫਰੀਕੀ ਦੇਸ਼ ਸੋਮਾਲੀਆ ਅਕਸਰ ਸੋਮਾਲੀ ਸਮੁੰਦਰੀ ਡਾਕੂਆਂ ਕਾਰਨ ਸੁਰਖੀਆਂ ਦੇ ਵਿੱਚ ਰਹਿੰਦਾ ਆ। ਸੋਮਾਲੀਆ ਬਹੁਤ ਗਰੀਬ ਦੇਸ਼ ਆ। ਅਜਿਹੇ 'ਚ ਭ੍ਰਿਸ਼ਟਾਚਾਰ ਕਾਰਨ ਲੋਕਾਂ ਨੂੰ ਉਹ ਮਦਦ ਨਹੀਂ ਮਿਲਦੀ ਜੋ ਇੱਥੇ ਪਹੁੰਚਦੀ ਹੈ। ਆਮ ਤੌਰ 'ਤੇ ਅਸੀਂ ਦੇਖਿਆ ਨਾ ਸੋਮਾਲੀਆ ਦੇ ਸਮੁੰਦਰੀ ਡਾਕੂ ਜਿਹੜੇ ਆ ਉਹ ਉਹਨਾਂ ਦੇ ਹੱਲੇ ਹੁੰਦੇ, ਉਹਨਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਇਹ ਉਹ ਸੋਮਾਲੀਆ ਆ। ਤਾਂ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ ਵੈਨਜ਼ੂਏਲਾ ਦੁਨੀਆ ਦਾ ਚੌਥਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। 20ਵੀਂ ਸਦੀ ਵਿੱਚ ਇਸ ਲਤੀਨੀ ਅਮਰੀਕੀ ਦੇਸ਼ 'ਚ ਤੇਲ ਦੀ ਖੋਜ ਹੋਈ ਸੀ ਤੇ ਇਸ ਦੇ ਨਾਲ ਸਿਆਸੀ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਹੋਈ ਸੀ। ਹੁਣ ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਇਸੇ ਸੂਚੀ ਦੇ ਵਿੱਚ ਜਿਹੜਾ ਯਮਨ ਹੈ 5ਵੇਂ ਨੰਬਰ ਤੇ ਆ। ਖਾੜੀ ਦੇਸ਼ ਯਮਨ 2014 ਦੇ ਘਰੇਲੂ ਯੁੱਧ ਤੋਂ ਬਾਅਦ ਉਲਝਿਆ ਹੋਇਆ। ਇਸ ਕਾਰਨ ਇੱਥੇ ਦੁਨੀਆ ਦਾ ਸਭ ਤੋਂ ਭਿਆਨਕ ਮਨੁੱਖੀ ਸੰਕਟ ਜਿਹੜਾ ਆ ਉਹ ਪੈਦਾ ਹੋਇਆ। ਇੱਥੇ ਆਉਂਦੇ ਆ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਜਿਹੜੀ ਰਿਪੋਰਟ ਹੈ ਤਿਆਰ ਕਰਨ ਲਈ 180 ਮੁਲਕਾਂ ਦੇ ਡਾਟੇ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸੂਚੀ ਵਿੱਚ ਭ੍ਰਿਸ਼ਟਾਚਾਰੀ ਵਿੱਚ ਜੇ ਸਾਡੇ ਮੁਲਕ ਦੀ ਗੱਲ ਕਰੀਏ, ਹੁਣ ਤੁਸੀਂ ਸੁਣਨ ਨੂੰ ਬੇਤਾਬ ਹੋਵੋਗੇ ਕਿ ਸਾਡਾ ਜਿਹੜਾ ਮੁਲਕ ਹੈ ਉਹ ਕਿੰਨਵੇਂ ਨੰਬਰ ਤੇ ਆਉਂਦਾ ਹੈ। ਤਾਂ ਦੋਸਤੋ ਦੱਸ ਦੇਣਾ ਚਾਹੂੰਗਾ ਕਿ ਸਾਡਾ ਜਿਹੜਾ ਮੁਲਕ ਹੈ ਉਹ 80ਵੇਂ ਨੰਬਰ ਦੇ ਉੱਤੇ ਭ੍ਰਿਸ਼ਟਾਚਾਰੀ ਵਿੱਚ ਆਉਂਦਾ ਹੈ। ਤੇ ਸਾਲ 2020 ਦੇ ਅੰਕੜਿਆਂ ਦੀ ਗੱਲ ਕਰ ਲਈਏ ਨਾ, 2020 ਦੇ ਵਿੱਚ ਵੀ ਭਾਰਤ ਜਿਹੜਾ ਸੀਗਾ ਉਹ 80ਵੇਂ ਸਥਾਨ ਦੇ ਉੱਤੇ ਆਉਂਦਾ ਸੀ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਭ੍ਰਿਸ਼ਟਾਚਾਰ ਜਿਹੜਾ ਆ ਉਹ ਲਗਾਤਾਰ ਵੱਧ ਰਿਹਾ, ਰੁਕਣ ਦਾ ਨਾਮ ਨਹੀਂ ਲੈ ਰਿਹਾ ਗਾ। ਤੁਸੀਂ ਚਾਹੇ ਮੈਂ ਆਪਾਂ ਜਦੋਂ ਇੱਧਰ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਹੁਣ ਤੁਸੀਂ ਵਿਦੇਸ਼ ਬੈਠੇ ਹੋ ਉਹਨਾਂ ਦੇ ਬਾਰੇ ਮੈਂ ਕੀ ਕਹਾਂ ਕਿ ਉਧਰ ਤੁਹਾਨੂੰ ਕਿਸ ਤਰੀਕੇ ਦੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ। ਪਰ ਜਦੋਂ ਦੋਸਤੋ ਕਿਸੇ ਵੀ ਦਫ਼ਤਰ ਵਿੱਚ ਜਾਓ ਨਾ, ਉੱਥੇ ਇੱਕ ਨਿੱਕਾ ਜਿਹਾ ਇੱਕ ਕੰਮ ਹੁੰਦਾ ਸੀਗਾ। ਉਸ ਕੰਮ ਨੂੰ ਕਰਾਉਣ ਦੀ ਖਾਤਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕੰਮ ਬੜਾ ਸਿੱਧ ਪੱਧਰਾ ਸੀਗਾ, ਜਿਹੜਾ ਆਰਾਮ ਨਾਲ ਹੋ ਜਾਣਾ ਸੀਗਾ, ਉਸ ਦੇ ਵਾਸਤੇ ਦਫ਼ਤਰਾਂ ਦੇ ਵਿੱਚ ਬੈਠੇ ਜਿਹੜੇ ਬਾਊ ਆ, ਜਿਹੜੇ ਕਲਰਕ ਹੈ, ਚੰਦ ਉਹਨਾਂ ਨੂੰ ਛੱਡ ਕੇ ਜਿਹੜੇ ਇਮਾਨਦਾਰ, ਜਿਹੜੇ ਸਾਨੂੰ ਸੁਣ ਵੀ ਰਹੇ, ਕਿਤੇ ਇਹ ਨਾ ਕਿਹੋ ਵੀ ਅਸੀਂ ਸਾਰਿਆਂ ਨੂੰ ਹੀ ਦੋਸ਼ੀ ਦੱਸੀ ਜਾਂਦੇ, ਭ੍ਰਿਸ਼ਟਾਚਾਰੀ ਦੱਸੀ ਜਾਂਦੇ, ਪਰ ਵੱਡੇ ਪੱਧਰ ਦੇ ਉੱਤੇ ਇੱਦਾਂ ਹੋਇਆ ਕਿ ਉਹ ਕੰਮ ਕਰਾਉਣ ਦੀ ਖਾਤਰ ਜਿਹੜਾ ਸੀਗਾ ਉਹ ਭ੍ਰਿਸ਼ਟਾਚਾਰੀ ਦੇ ਵਿੱਚੋਂ ਉਸ ਦੇ ਵਿੱਚ ਲਿਬੜਨਾ ਵਾਲੀ ਗੱਲ ਜਿਹੜੀ ਇਹ ਹੋਈ ਕਿ ਸਾਨੂੰ ਵੀ ਰਿਸ਼ਵਤ ਦੇਣੀ ਪਈ ਹੈ। ਕਹਿੰਦੇ ਰਿਸ਼ਵਤ ਲੈਣੀ ਵੀ ਮਾੜੀ ਹੈ ਤੇ ਦੇਣੀ ਵੀ ਮਾੜੀ ਆ। ਇਹ ਆਦਤਾਂ ਜਿਹੜੀਆਂ ਨੇ ਅਸੀਂ ਬਣਾ ਦਿੱਤੀਆਂ। ਅਸੀਂ ਇੱਕ ਹੋਰ ਲੋਕਾਂ ਦੀ ਦੋਸਤੋ ਫਿਤਰਤ ਵੇਖੀ ਆ। ਫਿਤਰਤ ਇਹ ਦੇਖੀ ਹੈ ਕਿ ਅਸੀਂ ਜਦੋਂ ਕੰਮ ਕਰਾਉਣ ਵੀ ਜਾਂਦੇ ਸੀ ਨਾ ਤੇ ਅਸੀਂ ਲੋਕ ਸਬਰ ਸੰਤੋਖ ਤਾਂ ਸਾਡੇ 'ਚ ਹੈ ਨਹੀਂ ਗਾ। ਅਸੀਂ ਦੂਜੀ ਗੱਲ ਇਹ ਆ ਵੀ ਕੁਛ ਲੋਕ ਸਾਡੇ 'ਚ ਜਿਨ੍ਹਾਂ ਕੋਲ ਮਾੜੇ ਮੋਟੇ ਪੈਸੇ ਚਾਰ ਹੈਗੇ ਆ ਉਹ ਟਿਕਦੇ ਨਹੀਂ ਗੇ ਤੇ ਉਹ ਕੀ ਕਰਦੇ ਆ, ਉਹ ਕਹਿੰਦੇ ਆ ਇੰਨੀ ਭਕਾਈ ਕੌਣ ਕਰੇ, ਉੱਥੇ ਦਫ਼ਤਰ ਕਿਹੜਾ ਲਾਈਨ 'ਚ ਲੱਗੇ, ਕਿਹੜਾ ਖੜੇ, ਚਲੋ ਕਿਸੇ ਮੁਨਸ਼ੀ ਨੂੰ ਪੱਟਦੇ ਆ, ਕਿਸੇ ਕਲਰਕ ਨੂੰ ਪੱਟਦੇ ਆ, ਕਿਸੇ ਚਪੜਾਸੀ ਨੂੰ ਪੱਟਦੇ ਆ ਦਫ਼ਤਰ ਦੇ ਵਿੱਚੋਂ, ਉਹਨੂੰ ਕਹਿ ਕੇ ਤੇ ਜਿਹੜੇ 2-4 ਛਿੱਲੜ ਉਹਨੇ ਵੱਧ ਲੈਣੇ ਆ ਤੇ ਛੇਤੀ ਜਿਹੜਾ ਕੰਮ ਆ ਉਹ ਹੋ ਜਾਵੇ। ਇੱਦਾਂ ਹੁੰਦਾ ਆ, ਇੱਦਾਂ ਹੁੰਦਾ ਆ।
ਤਾਂ ਜਿਹੜੇ ਇਸ ਤਰੀਕੇ ਫਿਰ ਹੁੰਦਾ ਕੀ ਸੀਗਾ ਵੀ ਉਹ ਪੈਸੇ ਜਿਹੜੇ ਸੀਗੇ ਉਹ ਉਸ ਮੁਨਸ਼ੀ ਦੇ ਜ਼ਰੀਏ, ਉਸ ਚੌਂਕੀਦਾਰ ਦੇ ਜ਼ਰੀਏ, ਉਸ ਚਪੜਾਸੀ ਦੇ ਜ਼ਰੀਏ ਬਾਊ ਦੀ ਟੇਬਲ ਤੱਕ ਜਿਹੜੇ ਸੀਗੇ ਉਹ ਚਲੇ ਜਾਂਦੇ ਸੀਗੇ। ਤੇ ਜਿਹੜੇ ਬਾਊ ਜੀ ਪਹਿਲਾਂ ਲੋਹੇ ਦਾ ਥਣ ਬਣੇ ਖੜੇ ਸੀਗੇ ਉਹ ਬਾਊ ਜੀ ਫਿਰ ਢਾਲੇ ਪੈ ਜਾਂਦੇ ਆ। ਤੇ ਉਹ ਢਾਲੇ ਪੈਣ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਛੇਤੀ ਜਿਹੜਾ ਕੰਮ ਆ ਉਹ ਹੋ ਜਾਂਦਾ। ਇੱਕ ਜਿਹੜੀ ਆਸਾਨੀ ਨਾ ਸਾਨੂੰ ਇਹ ਹੋ ਗਈ, ਉੱਥੇ ਦੂਜੇ ਪਾਸੇ ਜਿਹੜੇ ਲੰਮੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਲੋਕ ਆ ਜਾਂ ਫਿਰ ਜਿਨ੍ਹਾਂ ਨੂੰ ਤਰੀਕਾਂ ਪਾ ਕੇ ਵੀ ਤੋਰ ਦਿੱਤਾ ਜਾਂਦਾ ਹੈਗਾ ਵੀ ਬਾਈ ਫਲਾਨੇ ਦਿਨ ਨੂੰ ਆਇਓ ਹੈ ਨਾ, ਫਿਰ ਤੁਹਾਡਾ ਕੰਮ ਹੋਊਗਾ। ਤੇ ਜਦੋਂ ਉਹ ਉੱਧਰ ਨੂੰ ਤੁਰ ਜਾਂਦੇ ਆ ਤੇ ਫਿਰ ਔਖਾ ਕੀ ਹੁੰਦਾ, ਔਖਾ ਇਹ ਹੁੰਦਾ ਹੈ ਕਿ ਉਹ ਵਿਚਾਰ ਬੰਦਾ ਸਾਡੇ ਤੁਹਾਡੇ ਵਰਗਾ ਸੋਚਦਾ ਯਾਰ ਮੈਨੂੰ ਇਹ ਹੜਕਾਈ ਜਾਂਦੇ ਆ, ਫਲਾਨੇ ਦਾ ਕੰਮ ਬੜੀ ਛੇਤੀ ਹੋ ਗਿਆ। ਪਰ ਤੁਹਾਨੂੰ ਵਿੱਚੋਂ ਇਹ ਪਤਾ ਹੋਣਾ ਚਾਹੀਦਾ ਵੀ ਉਹ ਜਿਹੜਾ ਫਲਾਨਾ ਸੀ ਨਾ ਉਹਨੇ ਵਿੱਚ ਪਹੀਆ ਲਾਤਾ, ਉਹਨੇ ਰੇੜੂ ਲਾਤੇ ਫਾਈਲ ਨੂੰ, ਇਸ ਕਰਕੇ ਉਹਨਾਂ ਦਾ ਕੰਮ ਹੋਇਆ। ਦੂਜੇ ਪਾਸੇ ਬਹੁਤ ਵਾਰੀ ਇੱਦਾਂ ਹੀ ਹੁੰਦਾ ਹੈ ਕਿ ਜਿਵੇਂ ਇੱਕ ਤਾਂ ਇੱਦਾਂ ਦੀ ਭ੍ਰਿਸ਼ਟਾਚਾਰੀ ਹੋ ਗਈ, ਇੱਕ ਸਾਡੇ ਜਿਹੜੇ ਲੀਡਰਸ਼ਿਪ ਭ੍ਰਿਸ਼ਟਾਚਾਰ ਆ। ਜਿਵੇਂ ਹੁਣ ਅੱਜ ਕੱਲ੍ਹ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੀਡਰਸ਼ਿਪ ਆ, ਚਾਹੇ ਉਹ ਪਿਛਲੀਆਂ ਸਰਕਾਰਾਂ ਦੇ ਵਿੱਚੋਂ ਸੀਗੀਆਂ, ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰੀ ਦੇ ਭਾਰਤ ਭੂਸ਼ਣ ਆਸ਼ੂ ਵਰਗੇ ਹੋ ਗਏ ਆ, ਧਰਮਸੋਤ ਵਰਗੇ ਹੋ ਗਏ ਆ, ਇਹੋ ਜਿਹੇ ਲੋਕਾਂ ਦੇ ਉੱਤੇ ਹੁਣ ਜਿਹੜੇ ਆ ਉਹ ਕੇਸ ਪਏ ਹੋਏ ਆ। ਉਹਨਾਂ ਦੀ ਜਿਹੜੀ ਆ ਪੂਰੀ ਤਸਦੀਕ ਹੋਈ ਹੈ, ਤਸਦੀਕ ਹੋਣ ਤੋਂ ਬਾਅਦ ਉਹ ਅਰੈਸਟ ਹੋਏ ਆ, ਹੁਣ ਜੇਲ੍ਹ ਦੀ ਸਜ਼ਾ ਭੁਗਤੀ ਜਾਂਦੇ ਆ। ਹੋਰ ਪਰਤ ਦਰ ਪਰਤ ਹਰ ਰੋਜ਼ ਨਵੇਂ ਤੋਂ ਨਵੇਂ ਕਾਰਨਾਮੇ ਉਹਨਾਂ ਦੇ ਸਾਹਮਣੇ ਆ ਰਹੇ ਆ। ਇਹ ਭ੍ਰਿਸ਼ਟਾਚਾਰੀ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਨੇ ਇਹ ਲੋਕ। ਹਾਲਾਂਕਿ ਇਹ ਗੱਲ ਜ਼ਰੂਰ ਉਹ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਸਾਨੂੰ ਜੀ ਵਿਰੋਧੀ ਧਿਰ ਜੀ, ਹੁਣ ਸਾਡੀ ਸਰਕਾਰ ਸੱਤਾ ਵਿੱਚ ਨਹੀਂ, ਇਸ ਕਰਕੇ ਸਾਨੂੰ ਜਿਹੜਾ ਆ ਉਹ ਫਸਾਇਆ ਜਾ ਰਿਹਾ। ਪਰ ਇੱਕ ਗੱਲ ਤਾਂ ਇਹ ਵੀ ਹੈ ਨਾ ਕਿ ਹੁਣ ਇਹ ਗੱਲ ਨੂੰ ਕਹਿ ਕੇ ਤੁਸੀਂ ਪੱਲਾ ਨਹੀਂ ਝਾੜ ਸਕਦੇ, ਤੁਸੀਂ ਇਹਨਾਂ ਚੀਜ਼ਾਂ ਤੋਂ ਮੁੱਕਰ ਨਹੀਂ ਸਕਦੇ। ਮਿਸਾਲ ਦੇ ਤੌਰ ਦੇ ਉੱਤੇ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮੈਂ ਬਿਨਾਂ ਕਿਸੇ ਨਾਂ ਲਿਆ ਮੈਂ ਦੱਸਣਾ ਚਾਹੂੰਗਾ ਕਿ ਫਿਰੋਜ਼ਪੁਰ ਦੀ ਮੈਂ ਗੱਲ ਕਰ ਲੈਣ। ਫਿਰੋਜ਼ਪੁਰ ਦੇ ਵਿੱਚ ਇੱਕ ਬੀਬੀ ਜਿਹੜੀ ਸੀਗੀ ਉਹ ਕਿਸੇ ਪਾਰਟੀ ਦੇ ਵੱਲੋਂ ਵਿਧਾਇਕਾ ਬਣ ਗਈ। ਹਾਲਾਂਕਿ ਉਹ ਤੇ ਉਹਦੇ ਘਰ ਵਾਲਾ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ, ਕੋਟੇ ਦੇ ਵਿੱਚੋਂ ਸੀਗੀ ਕਿ ਰਿਜ਼ਰਵ ਕੋਟੇ ਵਿੱਚੋਂ ਬੀਬੀ ਜਿਹੜੀ ਹੈ ਉਹ ਵਿਧਾਇਕ ਚੁਣੀ ਗਈ ਹੈ। ਤਾਂ ਚੁਣੀ ਜਾਣ ਤੋਂ ਬਾਅਦ ਬੀਬੀ ਦੇ ਪਤੀ ਦੇਵ ਜਿਹੜੇ ਸੀਗੇ ਉਹਨਾਂ ਨੇ ਗਲੀਆਂ ਨਾਲੀਆਂ ਇੱਟਾਂ ਤੋਂ ਲੈ ਕੇ ਕਿਹੜੇ ਕੰਮਾਂ ਦੇ ਵਿੱਚ ਜਾ ਕੇ ਉਹਨਾਂ ਟੰਗ ਨਹੀਂ ਅੜਾਈ, ਕਿਹੜੇ ਕੰਮ ਨਹੀਂ ਅਜਿਹੇ ਕੀਤੇ ਕਿ ਜਿੱਥੇ ਉਹਨਾਂ ਨੇ ਵਿੱਚੋਂ ਪੈਸਾ ਨਾ ਖਾਦਾ ਹੋਵੇ। ਔਰ ਜਿਹੜਾ ਬੰਦਾ ਇਹ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਕਦੇ ਸਾਈਕਲ ਦੇ ਲਈ ਮੁਹਤਾਜ ਹੁੰਦਾ ਸੀਗਾ, ਅੱਜ ਉਹਦੇ ਕੋਲੇ ਚੰਗੀ ਜ਼ਮੀਨ ਹੈ, ਚੰਗੀਆਂ ਗੱਡੀਆਂ, ਚੰਗੀਆਂ ਕੋਠੀਆਂ ਆ। ਜਿਹੜੇ ਬੰਦੇ ਵਾਸਤੇ ਕਦੇ ਪਿੰਡ ਤੋਂ ਸ਼ਹਿਰ ਆਉਣਾ ਬਹੁਤ ਵੱਡਾ ਸੁਪਨਾ ਸੀ, ਉਹ ਬੰਦਾ ਅੱਜ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਉਹਦੇ ਨਿਆਣੇ ਪੜ੍ਹਦੇ ਪਏ ਆ, ਉੱਥੇ ਕੋਠੀਆਂ ਗੱਡੀਆਂ ਉਹਨੇ ਉਹ ਸਾਰੀਆਂ ਹੋਈਆਂ ਆ। ਕਿੰਨੀਆਂ ਗੱਡੀਆਂ ਲਈਆਂ ਹੋਈਆਂ, ਇਹ ਇੱਕ ਮਿਸਾਲ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਲੀਡਰ ਜਿਹੜੇ ਆ ਅਸੀਂ ਉਹਨਾਂ ਨੂੰ ਦੇਖਦੇ ਆ। ਉਹਨਾਂ ਲੀਡਰਾਂ ਦੀ ਅਗਰ ਜੇ ਗੱਲ ਕੀਤੀ ਜਾਵੇ ਤਾਂ ਉਹ ਲੀਡਰ ਵੀ ਤਾਂ ਇਹੋ ਜਿਹੇ ਆ, ਉਹ ਲੀਡਰ ਵੀ ਤਾਂ ਇਹੋ ਜਿਹੇ ਆ ਜਿਨ੍ਹਾਂ ਨੇ ਇੰਨੀਆਂ ਜਾਇਦਾਦਾਂ ਬਣਾਉਣੀਆਂ ਕਿ ਬੇਨਾਮੀ ਜਾਇਦਾਦਾਂ ਵੀ ਉਹਨਾਂ ਦੀਆਂ ਹੈਗੀਆਂ ਨੇ। ਤਾਂ ਉਹ ਲੋਕ ਲਗਾਤਾਰ ਕੋਸ਼ਿਸ਼ਾਂ ਇਹੋ ਜਿਹੀਆਂ ਹੀ ਕਰਦੇ ਰਹਿੰਦੇ ਆ ਕਿ ਕਿਸ ਤਰੀਕੇ ਜਿਹੜਾ ਆ ਭ੍ਰਿਸ਼ਟਾਚਾਰ ਕੀਤਾ ਜਾਵੇ। ਜਿਵੇਂ ਹੁਣ ਸਾਬਕਾ CM ਚਰਨਜੀਤ ਚੰਨੀ ਦਾ ਭਾਣਜਾ ਆ, ਉਸਨੇ ਕਿੰਨੇ ਕਰੋੜਾਂ ਦੀ ਜਾਇਦਾਦ ਬਣਾਈ, ਕਿਸੇ ਨੂੰ ਵੱਡਾ ਅਫਸਰ ਬਣਾਉਣ ਦੀ ਖਾਤਰ ਪੈਸਾ ਲਿਆ, ਕਿਸੇ ਨੂੰ ਨੌਕਰੀ ਦਿਵਾਉਣ ਦੀ ਖਾਤਰ ਪੈਸੇ ਲਏ ਜਾਂਦੇ ਆ, ਚਾਹੇ ਲੀਡਰਾਂ ਵੱਲੋਂ ਲਏ ਜਾਂਦੇ, ਚਾਹੇ ਕਿਸੇ ਵੱਡੇ ਅਫਸਰ ਵੱਲੋਂ ਲਿਆ ਜਾਂਦਾ ਕਦੇ, ਜਾਂ ਫਿਰ ਕਿਸੇ ਅਜਿਹੇ ਬੰਦੇ ਨੂੰ ਬਾਹਰ ਭੇਜਣ ਦੇ ਲਈ ਵੀ ਭ੍ਰਿਸ਼ਟਾਚਾਰੀ ਕੀਤੀ ਜਾਂਦੀ ਵੀ ਮੈਨੂੰ ਇੰਨੇ ਪੈਸੇ ਦੇ ਦੇ। ਹਰ ਇਹ ਭ੍ਰਿਸ਼ਟਾਚਾਰੀ ਦੇ ਰੰਗ ਰੂਪ, ਕਿੰਨੇ ਰੰਗ ਰੂਪ ਸਾਡੇ ਸਾਹਮਣੇ ਆਉਂਦੇ ਆ। ਕੁੱਲ ਮਿਲਾ ਕੇ ਹੈਰਾਨੀ ਤਾਂ ਉਹਨਾਂ ਲੋਕਾਂ 'ਤੇ ਆਉਂਦੀ ਹੈ ਜਿਹੜੇ ਦਿਨਾਂ ਦੇ ਵਿੱਚ ਐਂ ਅਮੀਰ ਹੋ ਜਾਂਦੇ ਆ। ਬਾਈ ਜੀ ਉਹ ਐਂ ਅਮੀਰ ਇੱਦਾਂ ਹੀ ਹੁੰਦੇ ਆ ਕਿ ਉਹਨਾਂ ਨੇ ਦੋਹੀਂ ਹੱਥੀਂ ਲੁੱਟਿਆ ਹੁੰਦਾ। ਪਰ ਫਿਰ ਕਹਿੰਦੇ ਨਾ ਕਿ ਬੱਕਰੇ ਦੀ ਮਾਂ ਜਿਹੜੀ ਆ ਕਦੋਂ ਤੱਕ ਖੈਰ ਮਨਾਊਗੀ, ਫਿਰ ਉਹ ਖੈਰ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਵਰਗੇ ਜਾਂ ਫਿਰ ਸਾਧੂ ਸਿੰਘ ਧਰਮਸੋਤ ਵਰਗੇ ਜਾਂ ਫਿਰ ਇਹਨਾਂ ਵਰਗੇ ਕਈ ਬੰਦੇ ਜਿਹੜੇ ਬੈਠੇ ਆ ਪੂਰੇ ਮੁਲਕ ਦੇ ਵਿੱਚ, ਫਿਰ ਉਹ ਕਿਸ ਭਾਅ ਵਿਕਦੀ ਆ ਪਤਾ ਉਦੋਂ ਲੱਗਦਾ ਜਦੋਂ ਜੇਲ੍ਹਾਂ ਦੀ ਚੱਕੀ ਜਾ ਕੇ ਉਹਨਾਂ ਨੂੰ ਪੀਸਣੀ ਪੈਂਦੀ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਬੇਸ਼ੱਕ ਭਾਰਤ ਦਾ 80ਵਾਂ ਸਥਾਨ ਜਿਹੜਾ ਭ੍ਰਿਸ਼ਟਾਚਾਰ ਵਿੱਚ ਆਇਆ, ਪਰ ਇਹ ਨਹੀਂ ਸੀ ਆਉਣਾ ਚਾਹੀਦਾ। ਇਹੀ ਸਭ ਤੋਂ ਦੁੱਖਦਾਇਕ ਗੱਲ ਆ, ਇਹ ਨਹੀਂ ਸੀ ਹੋਣੀ ਚਾਹੀਦੀ। ਸੋ ਦੋਸਤੋ ਇਹ ਸੀ ਦੋ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ।
ਤੁਸੀਂ ਜ਼ਰੂਰ ਸਾਡੇ ਪ੍ਰੋਗਰਾਮ ਦੇ ਬਾਰੇ ਆਪਣੇ ਕਮੈਂਟ ਦਿਆ ਕਰੋ। ਵੇਖਿਆ ਕਰੋ ਦਾ ਪੰਜਾਬ ਟਾਕਸ ਚੈਨਲ। ਇੱਥੇ ਹੀ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।